4-5 दिन का मैमोरी लॉस भी ये हो जाता है कि अगली बार का इलैक्शन MP का आशू जी लड़नगे। ਇਹੋ जी प्रॉब्लम नहीं है कि किसी का काम रोकिया जाए। बाकी ਅਸੀਂ ਐਵੇਂ ਕਿਸੇ ਨੂੰ ਬਲੇਮ ਕਰੀਏ। NDA ਦਾ ਫੁੱਲ ਫਾਰਮ ਹੈ ਜੀ नो डाटा अवेलेबल। मेयर साहब हैं, ये सारे ही बेस्ट प्लानर है। मैं मेहनत अगर सब तो ज़्यादा किसी ने की है तो आशू जी ने ही की है ना। वेस्ट का एक तुसी कहते हो जिदा पेटेंट है ना। नमस्कार, डेली लाइव भारत देख रहे सारे ही दर्शकों का मैं प्रभात शुक्ला स्वागत करता हाँ। जिस तरह कि आप सब नूं पता है कि असी शहर की उस राजनीतिक हस्ती जिन्हां ने देश समाज जाति धर्म वास्ते कुर्बानियां दित्तियां ने और देश नूं बचाने वास्ते अपना सर्वस्व निछावर किया है, उन्हां दा साक्षात्कार यानी इंटरव्यू तुहानूं दिखाने आ। साडी ये कोशिश रहिंदी है कि साडे लीडरां बारे जो जनता वल्लों चुने जांदे ने कुर्सी ते बैठण तो पहला और कुर्सी ते बैठण तो बाद उन्हां दी जीवन 'च की परिवर्तन आया और वो की महसूस करते ने कुर्सी उपर बैठ के। जी हाँ, इसी कड़ी दे विच अज तुहानूं रूबरू कराउण जा रहे हैं। शायद तुसी उन्हां नूं जानदे हो लेकिन उन्हां दा वो नाम नहीं जानते जिस नाम तो उन्हां दे माता पिता उन्हां नूं बचपन 'च बुलाया करते सन। जी हाँ, गगनदीप भल्ला जी, तुसी उन्हां नूं प्यार नाल सन्नी भल्ला कहंदे हो। लुधियाना वैस्ट दे वो डायनामिक और यंग लीडर कांग्रेस पार्टी दे जिहड़े कि अज पूरे देश दे विच उन्हां दा नाम है, पूरे समाज दे विच उन्हां दा नाम है और लुधियाने की राजनीति दे विच लुधियाने वैस्ट टीम दे विच उन्हां दा एक अहम योगदान है। जी हाँ, आओ उन्हां नाल गलबात करिए, उन्हां दे दिल दीयां गल्लां जाणीए, जो पब्लिक दे क्वेश्चनस ने उन्हां दे अगे राइज करिए। जी गगनदीप भल्ला जी यानी सन्नी भल्ला जी, तुहाडा बहुत बहुत स्वागत साडे चैनल ते। थैंक यू जी, थैंक यू वेरी मच। सर, सब तो पहला प्रश्न कि तुसी हुणी कोविड महामारी तो जूझ रहे सी और अज इस जूझ के तुसी इस तो बाहर आए हो, ठीक। और दूसरा, जदों तक असीं तुहाडी फेसबुक ID देख रहे सी ਉਹਦੇ ਵਿੱਚ ਇਹ ਦੇਖਿਆ ਕਿ ਤੁਸੀਂ ਜਦੋਂ ਕੋਵਿਡ ਮਹਾਮਾਰੀ ਸੀ ਉਦੋਂ ਕਿੱਟ ਪਾ ਕੇ ਥਰਮਲ ਸਕੈਨਿੰਗ ਕਰ ਰਹੇ ਸੀ ਔਰ ਲੋਕਾਂ ਨੂੰ ਰਾਸ਼ਨ ਦੀਆਂ ਕਿੱਟਾਂ ਵੰਡ ਰਹੇ ਸੀਗੇ। ਉਦੋਂ ਡਰ ਨਹੀਂ ਲੱਗਿਆ ਜਦੋਂ ਕੋਵਿਡ ਹੁਣ ਠੀਕ ਹੋਣ ਲੱਗਿਆ ਤੇ ਹੁਣ ਤੁਸੀਂ ਅਫੈਕਟਡ ਹੋ ਗਏ? ਸਰ ਇਹ ਨਾ ਬਹੁਤ ਮੁਸ਼ਕਿਲ ਹੈ ਕਹਿਣਾ ਕਿ ਤੁਸੀਂ ਕਦੋਂ ਇਫੈਕਟਡ ਹੋਗੇ। ਉਦੋਂ ਜੋ ਸਾਨੂੰ ਲੱਗਿਆ ਕਿ ਸਾਡੀ ਡਿਊਟੀ ਸੀਗੀ ਅਸੀਂ ਉਹ ਆਪਣੀ ਤਰਫ ਤੋਂ ਨਿਭਾਈ। ਜੋ ਸਾਨੂੰ ਆਸ਼ੂ ਜੀ ਨੇ ਕਿਹਾ, ਜੋ ਮੇਅਰ ਸਾਹਿਬ ਨੇ ਕਿਹਾ, ਰਾਸ਼ਨ ਲਈ ਕੋਈ ਸਬਜ਼ੀਆਂ ਦੀ ਦਿੱਕਤ ਨਾ ਆਵੇ, ਕੋਈ ਸੈਨੀਟਾਈਜੇਸ਼ਨ ਦੀ ਪ੍ਰੋਬਲਮ ਨਾ ਆਵੇ ਜਾਂ ਹੋਰ ਵੀ ਕਿਸੇ ਤਰ੍ਹਾਂ ਦੀ। ਜਦੋਂ ਲੋਕਡਾਊਨ ਸੀਗਾ ਸਭ ਤੋਂ ਜ਼ਿਆਦਾ ਪਬਲਿਕ ਨੂੰ ਸਾਡੀ ਮਦਦ ਦੀ ਉਦੋਂ ਲੋੜ ਸੀਗੀ ਅਤੇ ਲੋਕਡਾਊਨ ਖੁੱਲ੍ਹਣ ਦੇ ਬਾਅਦ ਤਾਂ ਚਲੋ ਨਸੈਸਿਟੀ ਚੀਜ਼ਾਂ ਜਾਂ ਕੋਈ ਬਹੁਤ ਜ਼ਿਆਦਾ ਰੋਜ਼ਮर्रा ਦੀ ਚੀਜ਼ਾਂ ਤਾਂ ਪਬਲਿਕ ਕੋਲ ਪਹੁੰਚ ਗਈਆਂ। ਪਰ ਉਦੋਂ ਜਦੋਂ ਸਾਡੀ ਉਹਨਾਂ ਨੂੰ ਲੋੜ ਸੀ ਅਸੀਂ ਉਦੋਂ ਪੂਰੀ ਕੋਸ਼ਿਸ਼ ਕੀਤੀ ਕਿ ਅਸੀਂ ਉਹਨਾਂ ਦੀ ਮਦਦ ਕਰੀਏ। ਅਤੇ ਹੁਣ ਜਿਹੜਾ ਬੰਦਾ ਅਫੈਕਟਡ ਹੋ ਜਾਂਦਾ ਉਹ ਕਹਿਣਾ ਬੜਾ ਮੁਸ਼ਕਿਲ ਹੈ ਕਿ ਕਿੱਦਾਂ ਹੋਇਆ, ਕਦੋਂ ਹੋਇਆ, ਕਿਹਦੇ ਤੋਂ ਹੋਇਆ, ਕਿਉਂਕਿ ਇਹ ਇਹੋ ਜਿਹੀ ਚੇਨ ਹੈ ਕਿ ਤੁਸੀਂ ਲੱਭ ਨਹੀਂ ਸਕਦੇ। ਅਸੀਂ ਐਵੇਂ ਕਿਸੇ ਨੂੰ ਬਲੇਮ ਕਰੀਏ ਕਿ ਉਹਦੇ ਕਾਰਨ ਹੋ ਗਿਆ, ਉਹਦੇ ਕਾਰਨ ਹੋ ਗਿਆ, ਇਹ ਬਹੁਤ ਮੁਸ਼ਕਿਲ ਹੈ ਕਹਿਣਾ। ਇਸ ਲਈ ਇਹਦਾ ਸਭ ਤੋਂ ਜ਼ਿਆਦਾ ਜ਼ਰੂਰੀ ਤਾਂ ਮੈਂ ਇਹ ਕਹੂੰਗਾ ਕਿ ਇਹਦਾ ਆਪਣੇ ਆਪ ਹੀ ਤੁਹਾਨੂੰ ਬਚਾਅ ਕਰਨਾ ਪੈਣਾ। ਸਾਡੀ ਤਾਂ ਚਲੋ ਮਜਬੂਰੀ ਹੈ, ਪਬਲਿਕ ਡੀਲਿੰਗ ਵੀ ਮਜਬੂਰੀ ਹੈ, ਆਫਿਸਿਸ 'ਚ ਜਾਣਾ ਵੀ ਮਜਬੂਰੀ ਹੈ, ਕੰਮ ਕਰਨਾ ਵੀ ਮਜਬੂਰੀ ਹੈ, ਪਰ ਲੋਕਾਂ ਨੂੰ ਥੋੜ੍ਹਾ ਜਿਹਾ ਆਪਣੇ ਆਪ ਨੂੰ ਇਹਤਿਆਤ ਵਰਤਣਾ ਚਾਹੀਦਾ। ਇਹਦੇ ਲਈ ਸੋਸ਼ਲ ਡਿਸਟੈਂਸਿੰਗ, ਮਾਸਕ, ਸੈਨੀਟਾਈਜੇਸ਼ਨ ਇਹਨੂੰ ਫੋਲੋ ਕਰਨਾ ਚਾਹੀਦਾ। ਤੁਹਾਡੇ ਤੇ ਕੋਵਿਡ ਮਹਾਮਾਰੀ ਬੀਤੀ ਹੈ, ਤੁਸੀਂ ਉੱਤੋਂ ਅਫੈਕਟਡ ਹੋਏ, ਕਿਸ ਤਰ੍ਹਾਂ ਠੀਕ ਹੋਏ, ਕਿਸ ਤਰ੍ਹਾਂ ਦੇ ਤੁਸੀਂ ਪ੍ਰੀਕਾਸ਼ਨਸ ਲਿੱਤੇ, ਉਹ ਵੀ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਕਿਉਂਕਿ ਬਹੁਤ ਸਾਰੇ ਲੋਕ ਹੋਮ ਆਈਸੋਲੇਸ਼ਨ ਦੇ ਵਿੱਚ ਨੇ ਇਸ ਟਾਈਮ, ਉਹਦੇ ਬਾਰੇ ਵੀ ਜ਼ਰੂਰ ਚਾਨਣਾ ਪਾਓ। ਸਰ ਇਹ ਬਹੁਤ ਹੀ ਮਤਲਬ ਇੱਕ ਭਿਅੰਕਰ ਬਿਮਾਰੀ ਹੈ। ਅਸੀਂ ਦੇਖ ਹੀ ਰਹੇ ਹਾਂ ਕਿ ਪੂਰੇ ਵਰਲਡ 'ਚ ਇਹਦਾ ਕਿੰਨਾ ਪ੍ਰਕੋਪ ਹੈ, ਕਿੰਨੀ ਡੈਥਸ ਇਹਦੇ ਕਾਰਨ ਹੋ ਗਈ, ਕਿੰਨੇ ਬੰਦੇ ਇਹਦੇ ਕਾਰਨ ਇਨਫੈਕਟਡ ਹੈ। ਉਸੇ ਤਰ੍ਹਾਂ ਸਾਡਾ ਇੰਡੀਆ, ਪੰਜਾਬ, ਲੁਧਿਆਣਾ ਵੀ ਬਹੁਤ ਜ਼ਿਆਦਾ ਇਫੈਕਟਡ ਹੈ। ਇਹਦਾ ਜਿਹੜਾ ਸਭ ਤੋਂ ਜ਼ਿਆਦਾ ਇਹਦਾ ਪ੍ਰੋਬਲਮ ਆ ਰਹੀ ਹੈ ਲੰਗਸ 'ਚ, ਇਹਨੂੰ ਲੰਗਸ ਦੀ ਪ੍ਰੋਬਲਮ ਆ ਰਹੀ ਹੈ ਜਿਹਦੇ ਕਾਰਨ ਅਗਰ ਕੋਈ ਬਹੁਤ ਜ਼ਿਆਦਾ ਕਿਸੇ ਨੂੰ ਹਾਰਟ ਦੀ ਡਿਜ਼ੀਜ਼ ਹੈ ਜਾਂ ਸ਼ੂਗਰ ਹੈ ਜਾਂ ਹੋਰ ਕੋਈ ਸਪੈਸੀਫਿਕ ਔਰ ਜ਼ਿਆਦਾ ਵੱਡੀ ਡਿਜ਼ੀਜ਼ ਹੈ ਉਹਦੇ ਕਾਰਨ ਪ੍ਰੋਬਲਮ ਬਹੁਤ ਜ਼ਿਆਦਾ ਆ ਰਹੀ ਹੈ। ਜਿਹੜਾ ਜਿੰਨੀਆਂ ਵੀ ਡੈਥਸ ਹੋ ਰਹੀਆਂ ਤੁਸੀਂ ਦੇਖੋਗੇ ਕਿ ਕੋਈ ਨਾ ਕੋਈ ਬਿਮਾਰੀ ਨਾਲ ਇਫੈਕਟਡ ਹੋਣ ਕਾਰਨ ਹੋ ਰਹੀਆਂ। ਸਾਨੂੰ ਲੋਕਾਂ ਨੂੰ ਮਤਲਬ ਮੇਰੀ ਵਾਈਫ ਨੂੰ, ਮੈਨੂੰ ਜਿਹੜਾ ਹੋਇਆ ਉਹ ਵੀ ਕਾਫੀ ਸੀਵੀਅਰ ਰਿਹਾ। ਆਲਮੋਸਟ 14-15 ਦਿਨ ਟੈਂਪਰੇਚਰ ਨਹੀਂ ਟੁੱਟਿਆ ਜਿਹਦੇ ਕਾਰਨ ਵੀਕਨੈਸ ਵੀ ਰਹੀ ਹੈ। ਔਰ ਥੋੜ੍ਹਾ ਜਿਹਾ ਇਹ ਵੀ ਮੈਂ ਦੱਸੂੰਗਾ ਕਿ 4-5 ਦਿਨ ਦਾ ਮੈਮੋਰੀ ਲਾਸ ਵੀ ਇਹਦੇ 'ਚ ਹੋ ਜਾਂਦਾ ਹੈ ਕਿ ਤੁਸੀਂ ਇੰਨਾ ਮੈਡੀਸਨਸ ਦੇ ਉਹਦੇ 'ਚ ਰਹਿੰਦੇ ਹੋ ਕਿ ਤੁਹਾਨੂੰ ਥੋੜ੍ਹੀ ਬਹੁਤ ਯਾਦਾਸ਼ਤ ਵੀ ਭੁੱਲ ਜਾਂਦੀ ਹੈ। ਹਾਂ, ਇਹਦੀ ਵੀਕਨੈਸ ਵੀ ਆਫਟਰ ਠੀਕ ਹੋਣ ਦੇ ਬਹੁਤ ਜ਼ਿਆਦਾ ਡਾਕਟਰਸ ਕਹਿੰਦੇ ਕਿ ਤੁਹਾਨੂੰ ਪ੍ਰੀਕਾਸ਼ਨ ਲੈਣ ਦੀ ਲੋੜ ਹੈ। ਅਤੇ ਇਸ ਲਈ ਇਹਦਾ ਸਭ ਤੋਂ ਜ਼ਿਆਦਾ ਇਹੀ ਮੈਂ ਤਾਂ
ਕਹੂੰਗਾ, ਸਭ ਨੂੰ ਰਿਕੁਐਸਟ ਕਰੂੰਗਾ ਕਿ ਆਪਣਾ ਬਚਾਅ ਤੁਹਾਨੂੰ ਆਪ ਹੀ ਕਰਨਾ ਚਾਹੀਦਾ ਹੈ। ਜੋ ਪ੍ਰੀਕਾਸ਼ਨਸ ਡਾਕਟਰਸ ਦੱਸਦੇ ਹੈ, ਜੋ ਐਡਮਿਨਿਸਟ੍ਰੇਸ਼ਨ ਦੱਸਦੀ ਹੈ, ਉਹ ਪਲੀਜ਼ ਫੋਲੋ ਕਰੋ, ਨਹੀਂ ਤਾਂ ਇਹ ਬਹੁਤ ਜ਼ਿਆਦਾ ਤੰਗ ਕਰਨ ਵਾਲੀ ਬਿਮਾਰੀ ਹੈ। ਔਰ ਮਤਲਬ ਕੋਈ ਇਹ ਜਿਹੀ ਚੀਜ਼ ਸ਼ੇਕੀ ਨਹੀਂ ਹੈ ਕਿ ਸਾਡਾ ਕਰੋਨਾ ਕੀ ਵਿਗਾੜ ਲੂਗਾ। ਥੋੜ੍ਹੀ ਜਿਹੀ ਸਾਨੂੰ ਪੰਜਾਬੀਆਂ ਨੂੰ ਆਦਤ ਹੈ, ਪਰ ਇਹ ਵਾਕਈ ਹੀ ਵਿਗਾੜ ਕੇ ਜਾਂਦਾ ਹੈ। ਔਰ ਕਈ ਵਾਰ ਇਹੋ ਜਿਹਾ ਵਿਗਾੜ ਜਾਂਦਾ ਹੈ ਕਿ ਦੁਬਾਰਾ ਟਾਈਮ ਆਪਣੇ ਹੱਥ ਨਹੀਂ ਆਉਂਦਾ। ਤੁਹਾਡੇ ਰਾਜਨੀਤਿਕ ਕੈਰੀਅਰ ਨੂੰ ਲੈ ਕੇ ਅਸੀਂ ਕੁਝ ਇਸ ਤਰ੍ਹਾਂ ਦਾ ਜਾਣਨਾ ਚਾਹੁੰਦੇ ਹਾਂ। ਲੋਕ ਕਹਿੰਦੇ ਨੇ ਕਿ ਤੁਸੀਂ ਗਰਾਊਂਡ ਤੋਂ ਉੱਠੇ ਹੋਏ ਲੀਡਰ ਹੋ ਔਰ ਤੁਹਾਡੇ ਟੀਮ ਵੈਸਟ ਦੇ ਵਿੱਚ, ਲੁਧਿਆਣਾ ਵੈਸਟ ਦੇ ਵਿੱਚ ਇੱਕ ਅਹਿਮ ਯੋਗਦਾਨ ਹੈ ਇਸ ਵਾਰਡ ਦਾ, ਤੁਹਾਡੇ ਵਾਰਡ ਦਾ। ਸਾਨੂੰ ਇਹ ਦੱਸੋ ਕਿ ਕਿਸ ਤਰ੍ਹਾਂ ਤੁਸੀਂ ਇਸ ਰਾਜਨੀਤੀ ਵਿੱਚ ਆ ਗਏ, ਕਿਉਂਕਿ ਜੋ ਤੁਹਾਡਾ ਫੈਮਿਲੀ ਬੈਕਗ੍ਰਾਉਂਡ ਹੈ ਉਹ ਰਾਜਨੀਤਿਕ ਤਾਂ ਬਹੁਤ ਜ਼ਿਆਦਾ ਨਹੀਂ ਹੈ, ਲੇਕਿਨ ਫਿਰ ਵੀ ਤੁਸੀਂ ਰਾਜਨੀਤੀ ਵਿੱਚ ਆ ਗਏ ਔਰ ਆਉਣ ਤੋਂ ਬਾਅਦ ਤੁਹਾਡੀ ਟੀਮ ਦੇ ਜਿਹੜੇ ਮੁਖੀਆ ਨੇ ਉਹਨਾਂ ਨੂੰ ਤੁਸੀਂ MLA ਤੋਂ ਮੰਤਰੀ ਬਣਾ ਦਿੱਤਾ। ਉਹਦੇ ਬਾਰੇ ਕੀ ਸਾਨੂੰ ਦੱਸੋ ਕਿ ਕਿਸ ਤਰ੍ਹਾਂ ਇਹ ਪੋਸੀਬਲ ਹੋ ਪਾਇਆ ਹੈ? ਬਿਲਕੁਲ ਠੀਕ ਹੈ ਜੀ। ਮੇਰਾ ਫੈਮਿਲੀ ਬੈਕਗ੍ਰਾਉਂਡ ਨਹੀਂ ਹੈ। ਮੇਰੇ ਫਾਦਰ ਆਰਮੀ ਸਕੂਲ ਤੋਂ ਐਜ਼ ਅ ਪ੍ਰਿੰਸੀਪਲ ਰਿਟਾਇਰ ਹੋਏ ਹੈ, ਤਾਂ ਸਾਰੀ ਸਰਵਿਸ ਕਲਾਸ ਫੈਮਿਲੀ ਹੈ। ਤਾਂ ਮੇਰਾ ਥੋੜ੍ਹਾ ਕਾਲਜ ਦੇ ਬਾਅਦ ਜਿਹੜਾ ਫਰੈਂਡ ਸਰਕਲ ਸੀਗਾ, ਜਿੱਦਾਂ ਸਭ ਤੋਂ ਪਹਿਲਾਂ ਅਗਰ ਲਿੰਕ 'ਚ ਕਿਸੇ ਪੋਲੀਟੀਕਲ ਬੰਦੇ ਦੇ ਅਸੀਂ ਆਏ ਤਾਂ ਉਹ ਆਸ਼ੂ ਭਈਆ ਹੀ ਸੀਗੇ। ਆਸ਼ੂ ਜੀ ਨੇ ਜਦੋਂ 97 'ਚ ਆਪਣਾ ਪਹਿਲਾ ਇਲੈਕਸ਼ਨ ਲੜਿਆ ਤਾਂ ਮਾਲਵਾ ਸਕੂਲ ਹੈ ਲੇਡੀਜ਼ ਦਾ, ਪੂਰਾ ਬਹੁਤ ਵੱਡਾ ਵਾਰਡ ਸੀਗਾ ਉਦੋਂ ਇਹਨਾਂ ਦਾ, 48 ਨੰਬਰ ਵਾਰਡ ਸੀਗਾ। ਅਤੇ ਉੱਥੇ ਮੇਰੀ ਦੋਸਤਾਂ ਨੇ ਮੇਰੀ ਡਿਊਟੀ ਲਗਾਈ ਅਤੇ ਉਦੋਂ ਤੋਂ ਹੀ ਤੁਸੀਂ ਸਮਝ ਲਓ ਕਿ ਆਸ਼ੂ ਜੀ ਦੇ ਨਾਲ ਹੀ ਆਪਦਾ ਪੋਲੀਟੀਕਲ ਸਫ਼ਰ ਸ਼ੁਰੂ ਹੋ ਗਿਆ। ਪਰ ਕਦੀ ਆਪ ਨਹੀਂ ਸੋਚਿਆ ਸੀਗਾ ਕਿ ਮੈਂ ਵੀ ਪੋਲੀਟਿਕਸ ਆ ਜਾਊਂਗਾ। ਇਹ ਤਾਂ ਜਦੋਂ ਆਸ਼ੂ ਜੀ ਦੇ ਆਪਣਾ ਵਾਰਡ ਔਰ ਉਹਨਾਂ ਆਪਣਾ ਵਾਰਡ ਤੋੜਤਾ ਗਿਆ, ਉਹ 2 ਵਾਰਡਸ 'ਚ ਉਹਨੂੰ ਡਿਵਾਈਡ ਕਰਤਾ ਗਿਆ। ਇਹ ਸਰਕਾਰਾਂ ਕਰਦੀਆਂ ਹੀ ਹੈ ਅਤੇ ਉਹ ਦੋਨੋਂ ਲੇਡੀਜ਼ ਕਰਤੇ ਗਏ ਅਤੇ ਆਸ਼ੂ ਜੀ ਇਸ ਵਾਰਡ 'ਚੋਂ ਇਲੈਕਸ਼ਨ ਲੜੇ। ਉਹ ਦੋਨੋਂ ਵਾਰਡ ਉਹਨਾਂ ਦੇ ਮਤਲਬ ਭਾਬੀ ਲੜੇ, ਮਮਤਾ ਜੀ ਲੜੇ ਔਰ ਦੋਨੋਂ ਲੇਡੀਜ਼ ਵਾਰਡ ਹੋਣ ਦੇ ਕਾਰਨ ਆਸ਼ੂ ਜੀ ਇਸ ਵਾਰਡ ਤੋਂ ਲੜੇ ਅਤੇ ਇੱਥੋਂ ਉਹ ਜਿੱਤੇ ਆਸ਼ੂ ਜੀ। ਉਸ ਤੋਂ ਬਾਅਦ ਨੈਕਸਟ ਇਲੈਕਸ਼ਨਸ ਉਹ MLA ਬਣ ਗਏ ਅਤੇ ਜਦੋਂ ਇਹ ਖਾਲੀ ਹੋ ਗਿਆ ਅਤੇ ਉਹਨਾਂ ਨੇ ਫਿਰ ਮੇਰੀ ਮਤਲਬ ਵਾਈਫ ਨੂੰ ਲੜਾਇਆ। ਇਹ ਲੇਡੀਜ਼ ਵਾਰਡ ਹੋ ਗਿਆ ਸੀ, ਫਸਟ ਟੈਨਿਓਰ ਵਾਈਫ ਦਾ ਸੀਗਾ, ਹੁਣ ਸੈਕਿੰਡ ਮਤਲਬ ਮੇਰਾ ਆਪਣਾ ਫਸਟ। ਹਾਂਜੀ। ਇੱਕ ਹੋਰ ਸੁਣਨ 'ਚ ਆਉਂਦਾ ਹੈ ਕਿ ਇਸ ਟਾਈਮ ਲੁਧਿਆਣੇ ਦੇ ਵਿੱਚ ਮੇਅਰ ਵੀ ਤੁਹਾਡਾ ਹੈ, MLA ਵੀ ਤੁਹਾਡਾ ਹੈ, MP ਵੀ ਤੁਹਾਡਾ ਹੈ, ਲੇਕਿਨ ਜੋ ਸਾਨੂੰ ਪਤਾ ਲੱਗਿਆ ਹੈ, ਜੋ ਅਸੀਂ ਪੜਤਾਲ ਕੀਤੀ ਹੈ, ਉਹ ਇਹ ਪਤਾ ਲੱਗਦਾ ਹੈ ਕਿ ਜਿਹੜਾ ਬੈਸਟ ਪਲੈਨਰ ਆਫ ਲੁਧਿਆਣਾ ਵੈਸਟ ਟੀਮ ਦਾ ਹੈ ਉਹ ਸੰਨੀ ਭੱਲਾ ਜੀ ਨੂੰ ਕਿਹਾ ਜਾਂਦਾ ਹੈ। ਕੋਈ ਕਾਰਨ? ਨਹੀਂ, ਐਸੀ ਕੋਈ ਗੱਲ ਨਹੀਂ ਹੈ। ਵੈਸਟ ਦੇ ਜਿੰਨੇ ਵੀ ਕਾਉਂਸਲਰਸ ਹੈ, ਮੇਅਰ ਸਾਹਿਬ ਹੈ, ਇਹ ਸਾਰੇ ਹੀ ਬੈਸਟ ਪਲੈਨਰ ਹੈ। ਮੈਂ ਤਾਂ ਇਹਨਾਂ ਦਾ ਇੱਕ ਪਾਰਟ ਹੈ। ਚਲੋ ਇਹ ਮਤਲਬ ਸਾਰੇ ਹੀ ਆਪਣੀ ਡਿਊਟੀ ਪੂਰੀ ਨਿਭਾਉਂਦੇ ਹੈ, ਜਿੱਦਾਂ ਆਸ਼ੂ ਜੀ ਗਾਈਡ ਕਰਦੇ ਜਾਂ ਕੋਈ ਡਿਸਕਸ਼ਨ 'ਚ ਕੁਛ ਨਿਕਲਦਾ ਹੈ, ਕਿਉਂਕਿ ਇਹ ਸਾਰੀ ਮਿਹਨਤ ਅਗਰ ਸਭ ਤੋਂ ਜ਼ਿਆਦਾ ਕਿਸੇ ਨੇ ਕੀਤੀ ਹੈ ਤਾਂ ਉਹ ਆਸ਼ੂ ਜੀ ਨੇ ਹੀ ਕੀਤੀ ਹੈ। ਗਰਾਊਂਡ ਲੈਵਲ ਤੋਂ ਐਜ਼ ਆਜ਼ਾਦ ਕਾਉਂਸਲਰ ਲੜਨ ਦੇ ਬਾਅਦ ਇੱਕ ਮੰਤਰੀ ਲੈਵਲ 'ਤੇ ਪਹੁੰਚੇ ਔਰ ਉਹ ਵੀ ਇੰਨਾ ਅੱਛਾ ਪਰਫਾਰਮ ਕਰ ਰਹੇ ਹੈ। ਸ਼ਾਇਦ ਤੁਹਾਨੂੰ ਲੋਕਾਂ ਨੂੰ ਨਹੀਂ ਪਤਾ ਕਿ ਪਹਿਲੀ ਵਾਰ ਕਿਸੇ ਮਿਨਿਸਟਰ ਦੀ ਕੈਬਨਿਟ 'ਚ ਮੀਟਿੰਗ ਵੀ ਨੋਟ ਉਹਨਾਂ ਨੇ ਕੀਤੀ ਹੈ ਕਿ ਜਿਹੜੀ ਤਾਰੀਫ ਅਗਰ ਕੈਬਨਿਟ ਨੇ ਕੀਤੀ ਹੈ ਤਾਂ ਉਹ ਜਿਹੜਾ ਇਹਨਾਂ ਦੀ ਨੋਟਿੰਗ ਹੁੰਦੀ ਹੈ ਉਹਦੇ 'ਚ ਵੀ ਨੋਟ ਕੀਤਾ ਗਿਆ। ਇੰਨੀ ਇਸ ਡਿਪਾਰਟਮੈਂਟ ਦੀ ਕਰੋਨਾ ਔਰ ਕੋਵਿਡ ਦੇ ਦੌਰਾਨ ਤਾਰੀਫ ਹੋਈ ਹੈ, ਕਿਉਂਕਿ ਉਹ ਗਰਾਊਂਡ ਲੈਵਲ ਤੋਂ ਨਿਕਲੇ ਹੈ, ਮਿਹਨਤ ਕਰਨਾ ਜਾਣਦੇ ਹੈ। 4 ਦਿਨ ਚੰਡੀਗੜ੍ਹ ਲਗਾਉਂਦੇ ਹੈ, ਫਿਰ 3 ਦਿਨ ਇੱਥੇ ਆ ਕੇ ਆਉਂਦੇ ਹੀ ਤੁਸੀਂ ਉਹਨਾਂ ਨੂੰ ਦੇਖਦੇ ਹੀ ਹੋਵੋਗੇ ਕਿ ਮੀਟਿੰਗਾਂ ਵੀ ਅਟੈਂਡ ਕਰਦੇ ਹੈ, ਪ੍ਰੋਜੈਕਟਸ 'ਤੇ ਵੀ ਜਾਂਦੇ ਹੈ, ਸਾਰਿਆਂ ਨੂੰ ਮਿਲਦੇ ਵੀ ਹੈ, ਕਾਉਂਸਲਰਸ ਨੂੰ ਵੀ ਮਿਲਦੇ ਹੈ, ਕਿੱਦਾਂ ਫਿਊਚਰ ਦੀ ਪਲੈਨਿੰਗ ਹੈ, ਕਿੱਦਾਂ ਸ਼ਹਿਰ ਦੀ ਡਿਵੈਲਪਮੈਂਟ ਕਰਨੀ ਹੈ, ਕਿੱਦਾਂ ਲੋਕਾਂ ਦੀ ਪ੍ਰੋਬਲਮ ਸੋਲਵ ਕਰਨੀ ਹੈ, ਉਹ ਸਾਰਾ ਉਹ ਸਾਨੂੰ ਲੋਕਾਂ ਨੂੰ ਵੀ ਗਾਈਡ ਕਰਦੇ ਅਤੇ ਆਪ ਵੀ ਉਹਦੇ 'ਚ ਪੂਰਾ ਪਾਰਟ ਲੈਂਦੇ। ਤੁਹਾਡੇ ਫੈਮਿਲੀ ਤੋਂ ਜੁੜਿਆ ਹੋਇਆ ਪ੍ਰਸ਼ਨ, ਮੈਡਮ ਭੱਲਾ ਔਰ ਤੁਹਾਡੇ ਬੱਚੇ, ਤੁਸੀਂ ਜਦੋਂ ਲੋਕਡਾਊਨ ਦੇ ਵਿੱਚ ਸੀ ਤੁਸੀਂ ਰੋਜ਼ ਥਰਮੋਮੀਟਰ ਲੈ ਕੇ ਲੱਗੇ ਹੁੰਦੇ ਸੀਗੇ, ਰੇੜੀਆਂ ਵਾਲਾਂ ਦਾ ਥਰਮਲ ਸਕੈਨਿੰਗ ਕਰਨ ਵਾਸਤੇ ਉਹਨਾਂ ਨੂੰ ਕਿਟਸ ਦੇ ਰਹੇ ਸੀਗੇ। ਉਦੋਂ ਡਰ ਨਹੀਂ ਲੱਗਦਾ ਸੀਗਾ ਕਿ ਮੈਂ ਘਰ ਜਾਊਂਗਾ ਤਾਂ ਬੱਚੇ ਵੀ ਇਫੈਕਟਡ ਹੋ ਜਾਣਗੇ? ਕਿਉਂਕਿ ਉਸ ਟਾਈਮ ਤਾਂ ਫੈਲ ਹੀ ਬਹੁਤ ਰਿਹਾ ਸੀਗਾ ਔਰ ਆਪਾਂ ਨੂੰ ਤਾਂ ਕੁਝ ਪਤਾ ਵੀ ਨਹੀਂ ਸੀਗਾ ਕਿਸ ਤਰ੍ਹਾਂ ਦੀ ਦਵਾਈ ਹੋਏਗੀ, ਕੀ ਇਹਦੇ ਪ੍ਰੀਕਾਸ਼ਨਸ ਹੋਣਗੇ। ਤਾਂ ਬਾਅਦ ਦੇ ਵਿੱਚ ਡਿਵੈਲਪਮੈਂਟ ਜਿਸ ਤਰ੍ਹਾਂ ਹੁੰਦੀ ਗਈ ਹੈ ਇਸ ਮਹਾਮਾਰੀ ਦੇ ਨੂੰ ਲੈ ਕੇ ਸਾਇੰਟਿਸਟ ਵੱਲੋਂ, ਉਦੋਂ ਆਪਾਂ ਹੁਣ ਠੀਕ ਹੋਣੇ ਸ਼ੁਰੂ, ਰਿਕਵਰੀ ਰੇਟ ਵੱਧ ਗਿਆ ਹੈ। ਉਦੋਂ ਡਰ ਨਹੀਂ ਲੱਗਦਾ ਸੀ ਯਾਰ ਮੈਂ ਘਰ ਜਾਊਂਗਾ ਤੇ ਮੈਂ ਜਾ ਕੇ ਬੱਚਿਆਂ ਨੂੰ ਵੀ ਇਫੈਕਟਡ ਕਰੂੰਗਾ? ਬਿਲਕੁਲ ਲੱਗਦਾ ਸੀਗਾ। ਜੋ ਹਾਲ ਕੋਵਿਡ ਦਾ ਮਤਲਬ ਸੀਗਾ ਔਰ ਹੈਗਾ ਵੀ ਹੈ, ਪਰ ਇੱਕ ਤਰ੍ਹਾਂ ਇਹ ਹੈ ਕਿ ਇਹ ਫੀਲਡ ਅਸੀਂ ਆਪ ਚੁਣਿਆ ਅਤੇ ਡਿਊਟੀ ਤਾਂ ਨਿਭਾਉਣੀ ਪੈਣੀ ਹੈ। ਹੁਣ ਫੈਮਿਲੀ ਹੈ ਜਾਂ ਫਰੈਂਡ ਸਰਕਲ ਹੈ ਜਾਂ ਰਿਲੇਟਿਵਸ ਹੈ, ਉਹ ਸਾਰੇ ਤਾਂ ਫੋਨ ਕਰ ਮੈਸੇਜ ਕਰ ਰੋਕਦੇ ਹੀ ਸੀਗੇ ਕਿ ਤੁਸੀਂ ਘੱਟ ਐਕਸਪੋਜ਼ਰ ਆਪਣਾ ਕਰੋ, ਨਾ ਜਾਓ। ਬਟ ਜਿੱਦਾਂ ਤੁਹਾਨੂੰ ਮੈਂ ਕਿਹਾ ਕਿ ਅਗਰ ਅਸੀਂ ਆਸ਼ੂ ਜੀ ਦੀ ਟੀਮ ਦੇ ਮੈਂਬਰ ਹੈ ਔਰ ਅਗਰ ਉਹਨਾਂ ਨੂੰ ਹੀ ਫੋਲੋ ਕਰਨਾ ਹੈ ਤਾਂ ਡਿਊਟੀ ਫਸਟ ਹੀ ਹੈ।
ਉਹ ਆਪ ਇਸੇ ਤਰ੍ਹਾਂ ਕੰਮ ਕਰਦੇ ਰਹੇ ਤਾਂ ਮੈਨੂੰ ਤਾਂ ਮਤਲਬ ਮੈਂ ਤਾਂ ਸ਼ੁਰੂ ਤੋਂ ਹੀ ਇੱਕੋ ਹੀ ਆਪਣਾ ਆਈਡੀਅਲ ਰੱਖਿਆ ਹੈ ਤੇ ਉਹਨਾਂ ਨੂੰ ਹੀ ਫੋਲੋ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿੱਦਾਂ ਉਹਨਾਂ ਨੇ ਕੰਮ ਕੀਤਾ ਅਸੀਂ ਵੀ ਉੱਦਾਂ ਕੰਮ ਕਰਕੇ ਉਹਨਾਂ ਵਰਗਾ ਨਾਮ ਬਣਾਈਏ। ਇੱਕ ਮੀਡੀਆ ਰਿਪੋਰਟਸ ਦੇ ਮੁਤਾਬਿਕ ਜਾਂ ਕਹਿ ਲਓ ਇੱਕ ਰੂਮਰ ਵੀ ਫੈਲ ਰਿਹਾ ਹੈ ਜਾਂ ਕਹਿ ਲਓ ਗਰਾਊਂਡ ਰਿਐਲਿਟੀ ਹੈ, ਲੁਧਿਆਣਾ ਵੈਸਟ ਦੇ ਵਿੱਚ ਇਸ ਟਾਈਮ ਕੋਈ ਪਰਸਨ ਇਸ ਤਰ੍ਹਾਂ ਦਾ ਨਹੀਂ ਹੈ ਆਪੋਜੀਸ਼ਨ ਵੱਲੋਂ ਕਿ ਜਿਹੜਾ ਲੁਧਿਆਣਾ ਵੈਸਟ ਨੂੰ ਕੰਪੀਟ ਕਰ ਸਕੇ ਅਦਰ ਪਾਰਟੀਆਂ ਨੂੰ ਐਮਐਲਏ ਦੇ ਇਲੈਕਸ਼ਨ ਦੇ ਵਿੱਚ। ਕੀ ਅਸੀਂ ਇਹ ਮੰਨ ਕੇ ਚੱਲੀਏ ਕਿ ਅਗਲੀ ਵਾਰ ਦਾ ਇਲੈਕਸ਼ਨ ਐਮਪੀ ਦਾ ਆਸ਼ੂ ਜੀ ਲੜਨਗੇ ਔਰ ਤੁਹਾਡੇ ਭਾਬੀ ਜੀ ਯਾਨੀ ਕਿ ਮਮਤਾ ਆਸ਼ੂ ਜੀ ਸਭ ਦੇ ਸਨਮਾਨੀਏ ਉਹ ਉਹਨਾਂ ਦੀ ਸੀਟ ਤੋਂ ਇਲੈਕਸ਼ਨ ਲੜਨਗੇ? ਇਹਦੇ ਬਾਰੇ ਮੈਂ ਨਹੀਂ ਕੁਝ ਕਹਿ ਸਕਦਾ, ਇਹ ਹਾਲੇ ਤੱਕ ਤਾਂ ਇਹਦੀ ਕੋਈ ਪਲੈਨਿੰਗ ਨਹੀਂ ਹੈ। ਬਾਕੀ ਟਾਈਮ ਆਏਗਾ ਤਾਂ ਕੋਈ ਇਹਦੇ ਬਾਰੇ ਅਗਰ ਕਦੀ ਗੱਲ ਹੋਈ, ਪਰ ਹਾਲੇ ਤੱਕ ਕੋਈ ਇਹੋ ਜਿਹੀ ਪਲੈਨਿੰਗ ਨਹੀਂ, ਕੋਈ ਗੱਲ ਨਹੀਂ ਹੈ। ਬਾਕੀ ਬਿੱਟੂ ਜੀ ਐਮਪੀ ਹੈਗੇ ਆ ਸਾਡੇ ਲੁਧਿਆਣੇ ਦੇ ਤੇ ਉਹ ਵਧੀਆ ਕੰਮ ਕਰ ਰਹੇ। ਤੁਸੀਂ ਆ ਦੇਖਿਆ ਵੀ ਹੈ ਕਿ ਕਿਸਾਨਾਂ ਵਾਸਤੇ ਵੀ ਉਹਨਾਂ ਨੇ ਕਿੰਨੀ ਹੁਣ ਜਦੋਜਹਿਦ ਕੀਤੀ ਹੈ ਤੇ ਕਿੰਨਾ ਉਹ ਕਰ ਰਹੇ ਆ ਦਿੱਲੀ 'ਚ। ਇਹੋ ਜਿਹੀ ਹਾਲੇ ਕੋਈ ਗੱਲ ਨਹੀਂ ਹੈ। ਕਿਸਾਨਾਂ ਦੇ ਆਰਡੀਨੈਂਸ ਨੂੰ ਲੈ ਕੇ ਕੁਐਸਚਨ ਹੈ ਤੁਹਾਡੇ ਤੋਂ, ਤੁਸੀਂ ਲੋਕਾਂ ਦੇ ਨਾਲ ਮਿਲਦੇ ਜੁਲਦੇ ਹੋ। ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਬਹੁਤ ਵਧੀਆ ਬਿੱਲ ਲੈ ਕੇ ਆਏ ਹਾਂ, ਪਾਰਟੀ ਤੁਹਾਡੀ ਔਰ ਪਾਰਟੀ ਲਾਈਨ ਇਹ ਕਹਿ ਰਹੀ ਹੈ ਕਿ ਬਿੱਲ ਅੱਛਾ ਨਹੀਂ ਹੈ, ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹੈ। ਇੰਨੇ ਧਰਨੇ, ਇੰਨੇ ਪ੍ਰਦਰਸ਼ਨ, ਤੁਹਾਨੂੰ ਲੱਗਦਾ ਹੈ ਕਿ ਮੋਦੀ ਸਰਕਾਰ ਇਹਨਾਂ ਮੁੱਦਿਆਂ ਨੂੰ ਵਾਪਸ ਲੈ ਲੇਗੀ ਜਾਂ ਜਿਹੜੇ ਬਿੱਲ ਪਾਸ ਕੀਤੇ ਨੇ ਇਹ ਵਾਪਸ ਲੈ ਲੇਗੀ? ਕਿਉਂਕਿ ਇਹ ਤਾਂ ਜਿੰਨਾ ਮਰਜ਼ੀ ਜ਼ੋਰ ਲਗਾ ਲਈਏ, ਤੁਸੀਂ ਪਹਿਲਾਂ ਵੀ ਦੇਖਿਆ ਹੈ ਕਿ ਜਿੰਨਾ ਮਰਜ਼ੀ ਆਪੋਜੀਸ਼ਨ ਢੋਲ ਪਿੱਟਦਾ ਰਹਿ ਗਿਆ, ਉਹਨਾਂ ਨੇ ਬਿੱਲ ਵਾਪਸ ਨਹੀਂ ਲਏ। ਨਹੀਂ, ਬਿਲਕੁਲ ਤੁਹਾਡੀ ਗੱਲ ਠੀਕ ਹੈ, ਪਰ ਆਪੋਜੀਸ਼ਨ ਦਾ ਕੰਮ ਇਹ ਹੈ ਕਿ ਸਰਕਾਰ ਨੂੰ ਜਗਾਉਣਾ ਹੈ। ਆਰਡੀਨੈਂਸ 'ਚ ਦੋ ਤਿੰਨ ਚੀਜ਼ਾਂ ਅਗਰ ਆਰਡੀਨੈਂਸ ਲਿਆਏ ਵੀ ਹੈ ਤਾਂ ਸਾਡੀ ਗਵਰਨਮੈਂਟ ਦਾ, ਜਾਂ ਤੁਸੀਂ ਦੇਖੋ ਕਿ 18 ਆਪੋਜੀਸ਼ਨ ਪਾਰਟੀਆਂ ਇਹਦਾ ਪ੍ਰੋਟੈਸਟ ਕਰ ਰਹੀਆਂ ਤੇ 18 ਦੀ 18 ਗਲਤ ਨਹੀਂ ਹੋ ਸਕਦੀਆਂ, ਕਿਉਂਕਿ ਬੀਜੇਪੀ ਦੀ ਜਿਹੜੀ ਸਰਕਾਰ ਹੈ ਇਹਨਾਂ ਨੂੰ ਘਮੰਡ ਹੋ ਗਿਆ ਕਿ ਅਸੀਂ ਇੰਨੀ ਮੈਜੋਰਿਟੀ 'ਚ ਅਸੀਂ ਜੋ ਚਾਹੀਏ ਉਹ ਕਰ ਸਕਦੇ ਹਾਂ। ਤੁਸੀਂ ਫਰੋਮ ਦਾ ਵੈਰੀ ਬਿਗਨਿੰਗ ਲੈ ਲਓ, 100 ਦਿਨ 'ਚ ਕਾਲਾ ਧਨ ਵਾਪਸ ਆ ਜਾਏਗਾ, GST ਨਾਲ ਸਭ ਦੇ ਕੰਮਕਾਜ ਵੱਧ ਜਾਣਗੇ, ਨੋਟਬੰਦੀ ਸਭ ਨੂੰ ਫਾਇਦਾ ਦੇਵੇਗਾ। ਉਹਦਾ ਤੁਸੀਂ ਹਾਲ ਦੇਖ ਲਓ ਕਿ ਅੱਜ ਦੇ ਤਰੀਕ 'ਚ ਇੰਡੀਆ ਦੀ ਇਕੋਨੋਮੀ ਕਿਸ ਤਰਫ ਜਾ ਰਹੀ ਹੈ। ਸੇਮ ਇਨ ਦਾ ਕੇਸ ਆਫ ਫਾਰਮਰਸ ਹੈ, ਆਪਣੇ ਵੱਲੋਂ ਇਹ ਕਹਿ ਰਹੇ ਕਿ ਅਸੀਂ ਆਹ ਕਰਤਾ ਉਹ ਕਰਤਾ, ਬਲਕਿ ਇਹ ਫਾਰਮਰਸ ਨੂੰ ਬਿਲਕੁਲ ਹੀ ਤਬਾਹ ਕਰਨ ਦੀ ਸਿਰਫ ਆਪਣੇ ਕਾਰਪੋਰੇਟ ਸਾਥੀਆਂ ਨੂੰ ਚਾਹੁੰਦੇ ਹੈ ਕਿ ਇਹ ਫਾਰਮਿੰਗ 'ਚ ਆ ਜਾਣ। ਅਡਾਨੀ ਅੰਬਾਨੀ ਜਿੱਦਾਂ ਪਹਿਲਾਂ ਇਹਨਾਂ ਨੇ ਦਿੱਤਾ, ਉਹਨਾਂ ਲੋਕਾਂ ਨੇ ਵੈਸੇ ਵੀ ਇੰਨੀ ਜਗ੍ਹਾ ਕਿਸਾਨਾਂ ਦੀ ਪਹਿਲਾਂ ਹੀ ਲੈ ਲਈ ਕਿ ਜਿੱਦਾਂ ਉਹਨਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਇਹ ਹੋਣਾ ਤੇ ਉਹਨਾਂ ਨੇ ਤਿਆਰੀ ਕੀਤੀ ਹੋਈ। ਸਭ ਤੋਂ ਪਹਿਲੀ ਡਿਮਾਂਡ ਇਹ ਸੀਗੀ ਜਿਹੜੀ ਸਾਡੇ ਕੈਪਟਨ ਸਾਹਿਬ ਨੇ ਵੀ ਕਿਹਾ ਕਿ MSP ਨੂੰ ਤੁਸੀਂ ਉਸ ਆਰਡੀਨੈਂਸ 'ਚ ਲਿਆਓ, ਰਿਟਰਨ 'ਚ ਲਿਆਓਗੇ, ਅਸੀਂ ਇਹ ਖਤਮ ਨਹੀਂ ਕਰਾਂਗੇ। ਦੂਸਰੀ ਗੱਲ ਉਹਦੇ 'ਚ ਜੋ ਜਿੰਨੀ ਕੁ ਮੈਨੂੰ ਨੌਲੇਜ ਹੈ, ਜਿੰਨਾ ਕੁ ਮੈਂ ਪੜ੍ਹਿਆ ਕਿ ਇਹਨਾਂ ਨੇ ਇਹ ਕਹਿਤਾ ਕਿ ਇਹ ਕੋਰਟ 'ਚ ਹੀ ਨਹੀਂ ਜਾ ਸਕਦੇ, ਆਪਣੇ ਕੇਸ ਨੂੰ ਪਲੀ ਕਰਨ ਲਈ ਫਾਰਮਰਸ ਕੋਰਟ 'ਚ ਹੀ ਨਹੀਂ ਜਾ ਸਕਦੇ। ਇਹ ਕਿਹੜਾ ਡਿਕਟੇਟਰਸ਼ਿਪ ਹੈ? ਕੋਰਟ 'ਚ ਕਿਉਂ ਨਹੀਂ ਜਾ ਸਕਦੇ ਜੀ? ਤੁਸੀਂ ਆਪਣੇ ਕਾਰਪੋਰੇਟ ਸੈਕਟਰ ਦੇ ਲੋਕਾਂ ਨੂੰ ਖੁਸ਼ ਕਰਨ ਲਈ, ਆਪਣੇ ਦੋਸਤਾਂ ਨੂੰ ਖੁਸ਼ ਕਰਨ ਲਈ ਇੰਡੀਆ ਦੀ ਕਿਸਾਨੀ ਨੂੰ ਮਾਰਨਾ ਚਾਹੁੰਦੇ ਹੋ ਤੇ ਉਹ ਸੜਕਾਂ 'ਤੇ ਆਉਣਾ ਹੀ ਹੈ। ਪੋਲੀਟੀਕਲ ਪਾਰਟੀਜ਼ ਨੇ ਵੀ ਆਉਣਾ ਹੈ, ਕਿਸਾਨਾਂ ਨੇ ਵੀ ਆਉਣਾ ਹੈ, ਤੇ ਆਪੋਜੀਸ਼ਨ ਨੇ ਤਾਂ ਜਿੱਥੇ ਗਲਤ ਹੋ ਤੁਹਾਨੂੰ ਜਗਾਉਣਾ ਹੀ ਹੈ। ਔਰ ਕਿਉਂਕਿ ਤੁਹਾਡਾ ਟਰੈਕ ਰਿਕਾਰਡ ਇਹੋ ਜਿਹਾ ਕਿ ਹਾਲੇ ਤੱਕ ਤੁਸੀਂ ਕੋਈ ਵੀ ਅੱਛਾ ਕੰਮ ਕੀਤਾ ਨਹੀਂ ਹੈ, ਤੇ ਅਸੀਂ ਇਹ ਕਿੱਦਾਂ ਮੰਨ ਲਈਏ ਕਿ ਤੁਸੀਂ ਫਾਰਮਰ ਦੇ ਹਿੱਤ ਦੀ ਗੱਲ ਕਰ ਰਹੇ ਹੋ? ਮਿਡਲ ਕਲਾਸ ਤਾਂ ਦੁਖੀ ਹੈ, ਤੁਹਾਡੇ ਕੋਲ ਕੋਈ ਡਾਟਾ ਨਹੀਂ, ਕਿੰਨੇ ਬੰਦੇ ਮਰ ਗਏ ਕੋਵਿਡ 'ਚ, ਕਿੰਨੇ ਡਾਕਟਰਸ ਮਰ ਗਏ। ਮਤਲਬ NDA ਦਾ ਹੁਣ ਮਤਲਬ ਸਭ ਨੇ ਇਹ ਕਹਿਤਾ, NDA ਦਾ ਫੁੱਲ ਫਾਰਮ ਹੈ ਜੀ ਨੋ ਡਾਟਾ ਅਵੇਲੇਬਲ। ਕਿਸੇ ਵੀ ਚੀਜ਼ ਦਾ ਇਹਨਾਂ ਕੋਲ ਡਾਟਾ ਹੀ ਹੈ ਨਹੀਂ। GDP ਇਹਨਾਂ ਨੇ ਆਪਣੇ ਹਿਸਾਬ ਨਾਲ ਜਦੋਂ ਵਧਾਉਣੀ ਸ਼ੁਰੂ ਕੀਤੀ ਔਰ ਗਲਤ ਡਾਟਾ ਇਹਨਾਂ ਨੇ ਪ੍ਰਿੰਟ ਕਰਾ ਦਿੱਤੇ। ਹੁਣ ਜਦੋਂ ਕੋਵਿਡ ਦੇ ਦੌਰਾਨ ਇਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਡੇ ਕੋਲ ਕੈਜੂਅਲਟੀਜ਼ ਦਾ ਕਿੰਨੇ ਡਾਕਟਰਸ ਮਰ ਗਏ, ਕਿੰਨੇ ਮਾਈਗ੍ਰੈਂਟ ਲੇਬਰ ਮਰ ਗਈ, ਉਹਨਾਂ ਕੋਲ ਕੋਈ ਡਾਟਾ ਨਹੀਂ ਹੈ। ਇਹ ਪਹਿਲੀ ਵਾਰ ਹਿਸਟਰੀ 'ਚ ਹੋਣਾ ਹੈ ਕਿ ਕਿਸੇ ਦੇਸ਼ ਦੀ ਸਰਕਾਰ ਕੋਲ ਜਿਹੜੇ ਬੰਦੇ ਮਰ ਗਏ ਉਹਨਾਂ ਦਾ ਹੀ ਡਾਟਾ ਹੈ ਨਹੀਂ। ਤੇ ਇਹ ਕਿੱਦਾਂ ਮੰਨ ਲਈਏ ਕਿ ਇਹ ਫਾਰਮਰਸ ਦੀ ਭਲਾਈ ਕਰ ਸਕਦੇ? ਇਹ ਸਿਰਫ ਆਪਣੇ ਦੋਸਤਾਂ ਦੀ ਜਿਹੜੇ ਇਹਨਾਂ ਦੇ ਲਿਮਟਿਡ ਇਹਨਾਂ ਨੇ ਕਾਰਪੋਰੇਟ ਸੈਕਟਰ ਨਾਲ ਦੋਸਤੀਆਂ ਕੀਤੀਆਂ ਹੋਈਆਂ, ਉਹਨਾਂ ਨੂੰ ਖੁਸ਼ ਕਰਨ ਲਈ ਇਹ ਸਾਰਾ ਫਾਰਮਰਸ ਦਾ ਇਹਨਾਂ ਨੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ। ਸਰ, ਇਸੇ ਬਿੱਲ ਤੋਂ ਜੁੜਿਆ ਹੋਇਆ ਅਗਲਾ ਕੁਐਸਚਨ ਹੈ, ਉਹਨਾਂ ਨੇ ਤਾਂ MSP ਵਧਾਤੀ, ਇਹ ਸ਼ੋਅ ਕਰਤਾ ਕਿ MSP ਉਸ ਬਿੱਲ ਦੇ ਵਿੱਚ ਹੈ। 25 ਸਤੰਬਰ ਨੂੰ ਪੰਜਾਬ ਬੰਦ ਦਾ ਐਲਾਨ ਹੈ, ਅੱਗੇ ਲੋਕਾਂ ਦੇ ਕੰਮਕਾਰ ਬੰਦ ਹੋਈ ਜਾ ਰਹੇ ਨੇ, ਕੋਈ ਕਿਤੇ ਗਾਹਕ ਨਹੀਂ ਹੈ। ਤੁਹਾਡੇ ਲੁਧਿਆਣੇ ਸ਼ਹਿਰ ਦੇ ਵਿੱਚ ਤੁਸੀਂ ਆਪ ਹੈਗੇ ਹੋ, ਤੁਸੀਂ ਦੇਖ ਰਹੇ ਹੋ ਕਿ ਹਰੇਕ ਚੀਜ਼ ਇਸ ਟਾਈਮ ਬਿਲਕੁਲ ਬਿਲੋ ਜਾ ਰਹੀ ਹੈ, ਗਰਾਊਂਡ 'ਤੇ ਚਲੀ ਜਾ ਰਹੀ, ਰੁੜ ਰਹੇ ਨੇ, ਵਪਾਰੀ ਵੀ ਰੁੜ ਰਹੇ ਨੇ। ਇਸ ਤਰ੍ਹਾਂ ਇੱਕ ਦਿਨ ਵੈਸੇ ਹੀ ਐਤਵਾਰ ਦਾ ਲੋਕਡਾਊਨ ਲੱਗਿਆ ਰਹਿੰਦਾ ਹੈ, ਠੀਕ। ਔਰ ਲੇਕਿਨ ਇਹ ਅਗਰ ਇਸ ਤਰ੍ਹਾਂ ਹੁੰਦਾ ਰਹੇਗਾ, ਰੋਜ਼ ਦਿਹਾੜੀ ਪ੍ਰਦਰਸ਼ਨ ਹੁੰਦੇ ਰਹਿਣਗੇ, ਤਾਂ ਇਹ ਲੁਧਿਆਣੇ ਦਾ ਵਪਾਰੀ ਜਾਂ ਪੰਜਾਬ ਦਾ ਵਪਾਰੀ ਵਰਗ ਕਿੱਥੇ ਜਾਏਗਾ? ਸਰ ਇੱਦਾਂ ਹੈ ਕਿ ਪੰਜਾਬ ਦੇ ਫਾਰਮਰ ਨੇ ਕੋਵਿਡ ਦੇ ਦੌਰਾਨ ਉੱਦਾਂ ਵੀ ਨਾ ਕਰਦੇ ਵੀ 70 to 80% ਆਫ ਇੰਡੀਆ
ਪੰਜਾਬ ਦੀ ਕਿਸਾਨੀ ਕੇਟਰ ਕਰਦੀ ਹੈ। ਅਗਰ ਉਹ ਕਿਸਾਨ ਹੀ ਦੁਖੀ ਹੈ, ਉਹ ਕਿਸਾਨ ਹੀ ਆਪਣੇ ਆਪ ਨੂੰ ਚੀਟਡ ਫੀਲ ਕਰ ਰਿਹਾ ਹੈ, ਮਤਲਬ ਉਹ ਸੋਚ ਰਿਹਾ ਕਿ ਇਹ ਸਰਕਾਰ ਨੇ ਸਾਨੂੰ ਧੋਖਾ ਦੇ ਦਿੱਤਾ, ਸਾਡਾ ਵੀ ਫਰਜ਼ ਬਣਦਾ ਕਿ ਉਹਨਾਂ ਨਾਲ ਕੰਧੇ ਨਾਲ ਕੰਧਾ ਮਿਲਾ ਕੇ ਖੜੀਏ। ਸਾਡੀ ਇੱਕ ਦਿਨ ਦੀ ਤਪੱਸਿਆ ਅਗਰ ਕੋਈ ਰੰਗ ਲਾਉਂਦੀ ਹੈ ਤਾਂ ਮੈਨੂੰ ਨਹੀਂ ਲੱਗਦਾ ਕਿ ਇਹ 'ਚ ਕੋਈ ਬੁਰਾਈ ਹੈ। ਤੁਸੀਂ ਜਿੱਦਾਂ ਪਹਿਲਾਂ ਹੀ ਕਿਹਾ ਕਿ ਕੰਮਕਾਰ ਤਾਂ ਪਹਿਲਾਂ ਹੀ ਕੋਵਿਡ ਦੇ ਦੌਰਾਨ ਦੱਬਿਆ ਹੋਇਆ ਹੈ, ਤੇ ਮੈਨੂੰ ਨਹੀਂ ਲੱਗਦਾ ਇਸ ਨਾਲ ਕੋਈ ਜ਼ਿਆਦਾ ਫਰਕ ਪੈਣਾ ਚਾਹੀਦਾ। ਹਾਂ, ਡੀਸੈਂਸ ਵੇ ਨਾਲ ਹੋਣਾ ਚਾਹੀਦਾ ਹੈ ਬੰਦ, ਕੋਈ ਕਿਸੇ ਨੂੰ ਕੋਈ ਉੱਦਾਂ ਤਕਲੀਫ ਨਹੀਂ ਕਰਨੀ ਚਾਹੀਦੀ, ਪਰ ਕਿਸਾਨਾਂ ਨਾਲ ਖੜਨਾ ਇਸ ਟਾਈਮ ਸਭ ਤੋਂ ਇੰਪੋਰਟੈਂਟ ਚੀਜ਼ ਹੈ। ਤੁਹਾਡੀ ਲੁਧਿਆਣੇ ਵੈਸਟ ਟੀਮ ਦੇ ਵਿੱਚ ਇੱਕ ਪਰੰਪਰਾ ਚੱਲੀ ਆ ਰਹੀ ਹੈ, ਤੁਹਾਡੇ ਸਾਥੀ ਕਾਉਂਸਲਰ ਤੋਂ ਵੀ ਅਸੀਂ ਇਹ ਪ੍ਰਸ਼ਨ ਕੀਤਾ ਸੀ ਕਿ ਤੁਸੀਂ ਕੋਈ ਉਦਘਾਟਨ ਨਹੀਂ ਕਰਦੇ ਔਰ ਦੂਸਰੀ ਗੱਲ ਕੋਈ ਨੀਂਹ ਪੱਥਰ ਨਹੀਂ ਲਗਾਉਂਦੇ। ਇਹਦਾ ਕੀ ਕਾਰਨ ਹੈ? ਕਿਉਂਕਿ ਇੱਕ ਅਲੱਗ ਹੀ ਵੱਖਰੀ ਲੀਕ ਚੱਲਦੀ ਆ ਰਹੀ ਹੈ। ਸੰਨੀ ਭੱਲਾ ਵੀ ਇਸ ਚੀਜ਼ ਨੂੰ ਫੋਲੋ ਕਰਦਾ ਹੈ ਔਰ ਤੁਹਾਡੀ ਬਾਕੀ ਸਾਰੀ ਟੀਮ ਵੀ ਫੋਲੋ ਕਰਦੀ ਹੈ। ਮੈਂ ਪਹਿਲਾਂ ਵੀ ਦੇਖਿਆ ਹੈ ਕਿ ਬੁੱਢੇ ਦਰਿਆ ਦੇ ਵਿੱਚ ਤੁਸੀਂ ਬਹੁਤ, ਤੁਹਾਡੇ ਮੈਡਮ ਰਾਸ਼ੀ ਅਗਰਵਾਲ ਨੇ ਬਹੁਤ ਸਾਰਾ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਸਫਲ ਵੀ ਹੋ ਰਹੇ ਨੇ, ਉਹਨਾਂ ਨੂੰ ਐਪਰੀਸ਼ੀਏਸ਼ਨ ਵੀ ਮਿਲ ਰਹੀ ਹੈ। ਇਸ ਤਰ੍ਹਾਂ ਦੇ ਕਿਹੜੇ ਹੋਰ ਪ੍ਰੋਜੈਕਟਸ ਨੇ ਜਿਹੜੇ ਤੁਹਾਡੇ ਵਾਰਡ ਔਰ ਤੁਹਾਡੇ ਇਲਾਕੇ ਦੇ ਵਿੱਚ ਨਵੇਂ ਸਟਾਰਟ ਹੋ ਰਹੇ ਨੇ ਔਰ ਅੱਗੇ ਉਹ ਫਿਊਚਰ ਆਉਣ ਵਾਲੇ ਦੇ ਵਿੱਚ ਲੋਕਾਂ ਨੂੰ ਕਿਸ ਤਰ੍ਹਾਂ ਦੇ ਗਿਫਟ ਮਿਲਣ ਜਾ ਰਹੇ ਨੇ? ਲੁਧਿਆਣਾ ਵੈਸਟ ਦੀ ਮੈਂ ਗੱਲ ਕਰਾਂ ਕਿ ਆਲਰੇਡੀ ਵੈਸੇ ਇੱਥੇ ਤਾਂ ਬਹੁਤ ਪ੍ਰੋਜੈਕਟ ਚੱਲ ਰਹੇ ਹੈ। ਤੁਸੀਂ ਦੇਖਿਆ ਵੀ ਹੋਣੇ ਕਿ ਇੰਨੀ ਵੈਲੀਜ਼ ਬਣ ਰਹੀਆਂ, ਇੰਨੇ ਬ੍ਰਿਜਸ ਬਣ ਰਹੇ ਹੈ, ਸਮਾਰਟ ਸਿਟੀ ਦੇ ਪ੍ਰੋਜੈਕਟ ਵੀ ਇੰਨੇ ਫਾਸਟ ਆਸ਼ੂ ਜੀ ਨੇ ਆਪਣੀ ਟੀਮ ਦੀ ਦੇਖ ਰੇਖ 'ਚ ਕਰਦੇ ਹੈ। ਸਭ ਤੋਂ ਵੱਡਾ ਗਿਫਟ ਲੁਧਿਆਣਾ ਨੂੰ ਜਿਹੜਾ ਜੈਨਪੁਰ 'ਚ ਉਹ ਸਪੋਰਟਸ ਪਾਰਕ ਬਣਨ ਜਾ ਰਿਹਾ ਹੈ, ਉਹ ਆਪਣੇ ਆਪ 'ਚ ਇੱਕ ਬਹੁਤ ਅੱਛੀ ਅਚੀਵਮੈਂਟ ਹੋਏਗੀ। ਮੇਰੇ ਵਾਰਡ ਦੇ ਜਿੱਥੇ ਦਾ ਕੰਮ ਹੈ, ਹੁਣ ਸਾਡੇ ਮੈਨੂੰ ਲੱਗਦਾ ਹੈ ਨੀਅਰ ਫਿਊਚਰ ਟੈਂਡਰ ਲੱਗਣ ਵਾਲੇ ਹੈ MLA ਕੋਟਾਸ 'ਚ ਵੀ ਔਰ ਕਾਉਂਸਲਰ ਕੋਟਾਸ 'ਚ ਵੀ। ਅਤੇ ਜੋ ਮੇਰਾ ਸਭ ਤੋਂ ਮੇਨ ਪ੍ਰੋਜੈਕਟ ਹੈ ਕਿ ਮੇਰੇ ਖਿਆਲ ਨਾਲ ਲੁਧਿਆਣੇ 'ਚ ਹਾਲੇ ਪਹਿਲਾ ਹੀ ਵਾਰਡ ਹੋਏਗਾ ਜਿੱਥੇ ਰੇਨ ਹਾਰਵੈਸਟਿੰਗ ਵੈਲ ਸ਼ੁਰੂ ਹੋਣੇ ਹੈ। ਉਹਦਾ ਟੈਂਡਰ ਮੇਰੇ ਹੋ ਗਿਆ, ਉਹ ਮੇਰੇ 5 ਪਾਰਕਸ 'ਚ ਸ਼ੁਰੂ ਹੋਣ ਲੱਗਿਆ। ਵਿਦਿਨ ਆਈ ਥਿੰਕ ਵਿਦਿਨ 10 to 15 ਡੇਜ਼ ਉਹਦਾ ਕੰਮ ਇੱਕ ਵਾਰ ਸ਼ੁਰੂ ਹੋ ਜਾਏਗਾ। ਉਹ ਪਹਿਲਾਂ ਹੀ ਹੋਏਗਾ ਕਿ ਕਿਸੇ ਵਾਰਡ 'ਚ ਰੇਨ ਹਾਰਵੈਸਟਿੰਗ ਵੈਲ ਬਣਨ ਜਾ ਰਿਹਾ। ਸਭ ਤੋਂ ਵੱਡੀ ਅਚੀਵਮੈਂਟ ਤਾਂ ਇਹ, ਬਾਕੀ ਰੋਡਸ ਔਰ ਟਾਈਲਸ ਵਗੈਰਾ ਤਾਂ ਹਰ ਜਗ੍ਹਾ ਕਾਮਨ ਚੀਜ਼ ਹੈ, ਇਹ ਤਾਂ ਚੱਲਣੀ ਹੈ। ਜਿੱਦਾਂ ਜਿੱਦਾਂ ਏਰੀਆ ਦੀ ਡਿਮਾਂਡ ਹੈ ਇਹ ਤਾਂ ਚੱਲਦਾ ਹੀ ਰਹੇਗਾ, ਪਰ ਥੋੜ੍ਹਾ ਪਾਣੀ ਨੂੰ ਸੇਵ ਕਰਨ ਲਈ ਇਹ ਸਟੈਪ ਆਸ਼ੂ ਜੀ ਨਾਲ ਡਿਸਕਸ਼ਨ ਦੇ ਬਾਅਦ ਚੱਕਿਆ, ਅਤੇ ਮੈਨੂੰ ਉਮੀਦ ਹੈ ਕਿ 15-20 ਦਿਨਾਂ 'ਚ ਸਟਾਰਟ ਹੋ ਜਾਏਗਾ। ਆਸ਼ੂ ਜੀ ਪੂਰੇ ਲੁਧਿਆਣਾ ਦੇ ਮੰਤਰੀ ਨੇ, ਲੇਕਿਨ ਰੌਲਾ ਹਮੇਸ਼ਾ ਇੱਕੋ ਚੀਜ਼ ਦਾ ਰਹਿੰਦਾ ਹੈ ਕਿ ਜਿਹੜੀ ਡਿਵੈਲਪਮੈਂਟ ਹੈ ਉਹ ਲੁਧਿਆਣਾ ਵੈਸਟ ਵਿੱਚ ਹੀ ਹੁੰਦੀ ਹੈ। ਕੋਈ ਕਾਉਂਸਲਰ ਲੈ ਲਓ, ਨਾਰਥ ਦੇ ਲੈ ਲਓ, ਸਾਊਥ ਦੇ ਲੈ ਲਓ, ਈਸਟ ਦੇ ਲੈ ਲਓ, ਸਾਰੇ ਇਹੀ ਕਹਿੰਦੇ ਨੇ ਕਿ ਜਿੰਨਾ ਫੰਡ ਆਉਂਦਾ ਉਹ ਸਭ ਇਸੇ ਇਲਾਕਿਆਂ 'ਚ ਲੱਗਦਾ ਹੈ। ਇਹਦਾ ਕੀ ਕਾਰਨ ਹੈ? ਇਹ ਰੂਮਰ ਹੈ, ਕੀ ਹੈ? ਇੱਥੇ ਵੀ ਸਾਨੂੰ ਜ਼ਰੂਰ ਦੱਸਿਆ ਜਾਵੇ। ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ ਹੈ। ਫੰਡ ਤਾਂ ਇਕੁਅਲੀ ਹਰ ਜਗ੍ਹਾ ਡਿਸਟਰੀਬਿਊਟ ਹੁੰਦਾ, ਇਹ ਕੋਈ ਕਰ ਹੀ ਨਹੀਂ ਸਕਦਾ। ਇਹ ਤਾਂ ਓਪਨ, ਇਹ ਕੋਈ ਸੀਕ੍ਰੇਟ ਹੈ ਨਹੀਂ, ਇਹ ਤਾਂ ਓਪਨ ਹੈ, ਜਦੋਂ ਮਰਜ਼ੀ ਜਿਹੜਾ ਮਰਜ਼ੀ ਜਾ ਕੇ ਚੈੱਕ ਕਰ ਸਕਦਾ ਹੈ। ਬਾਕੀ ਇੱਦਾਂ ਦੀ ਕੋਈ ਗੱਲ ਨਹੀਂ ਹੈ। ਮੈਨੂੰ ਲੱਗਦਾ ਕਿ ਬਾਕੀ MLAs ਵੀ ਅਸੀਂ ਸੋਸ਼ਲ ਮੀਡੀਆ 'ਤੇ ਜਾਂ ਅਖਬਾਰਾਂ 'ਚ ਦੇਖਦੇ ਹਾਂ ਕਿ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਅੱਗੇ ਵੱਧ ਕੇ ਕੰਮ ਕਰਦੇ ਹੈ। ਇੱਦਾਂ ਦੀ ਕੋਈ ਗੱਲ ਹੋਣਾ ਨਹੀਂ ਚਾਹੀਦਾ। ਇਹ ਹੋ ਸਕਦਾ ਕਿ ਕੋਈ ਕਾਉਂਸਲਰ ਨਵੇਂ ਬਣੇ ਹੋਣ, ਹਾਲੇ ਉਹਨਾਂ ਨੂੰ ਪ੍ਰੋਸੈਸ ਨਾ ਫੋਲੋ ਕਰਨਾ ਆਉਂਦਾ ਹੋਵੇ ਕਿ ਫਾਈਲ ਨੂੰ ਕਿੱਦਾਂ ਪਰਸੂ ਕਰਨਾ, ਕਿੱਦਾਂ, ਉਹ ਥੋੜ੍ਹੀ ਬਹੁਤ ਦਿੱਕਤ ਆ ਸਕਦੀ ਹੈ। ਪਰ ਮਿਹਨਤ ਵੱਲੋਂ ਮੈਨੂੰ ਨਹੀਂ ਲੱਗਦਾ ਕੋਈ ਕਮੀ ਹੋਣੀ ਚਾਹੀਦੀ ਕਿਸੇ ਪਾਸੇ। ਪਿੱਛੇ ਜੇ ਥੋੜ੍ਹੇ ਦਿਨ ਪਹਿਲਾਂ ਤੁਹਾਡੀ ਪਾਰਟੀ ਦੇ ਹੀ ਇੱਕ ਬਹੁਤ ਪੁਰਾਣੇ MLA ਉਹਨਾਂ ਇੱਕ ਉਹ ਧਰਨੇ ਤੇ ਬੈਠ ਗਏ ਇੱਕ ਕੂੜੇ ਦੇ ਡੰਪ ਨੂੰ ਲੈ ਕੇ, ਔਰ ਇਸ ਤਰੀਕੇ ਦੇ ਬਹੁਤ ਸਾਰੇ ਵਾਕਿਆ ਲਗਾਤਾਰ ਬੀਤਦੇ ਚਲੇ ਜਾ ਰਹੇ ਨੇ। ਮਤਲਬ ਕਾਂਗਰਸ ਵਰਸਸ ਕਾਂਗਰਸ ਹੋ ਜਾਂਦਾ, ਫਿਰ ਤੁਸੀਂ ਇਸ ਚੀਜ਼ ਨੂੰ ਕਿੱਦਾਂ ਹੈਂਡਲ ਕਰਦੇ ਹੋ? ਸਰ, ਇਹ ਸਭ ਪਾਰਟੀਆਂ 'ਚ ਹੀ ਹੁੰਦਾ ਹੈ। ਥੋੜ੍ਹਾ ਬਹੁਤ ਨੋਕ ਝੋਕ ਚੱਲਦੀ ਵੀ ਰਹਿਣੀ ਚਾਹੀਦੀ ਹੈ, ਬੰਦੇ ਅਲਰਟ ਵੀ ਰਹਿੰਦੇ ਹੈ, ਹਰ ਬੰਦਾ ਫਿਰ ਕੰਮ 'ਤੇ ਵੀ ਲੱਗ ਜਾਂਦਾ ਹੈ। ਇਹ ਸਭ ਪਾਰਟੀਆਂ 'ਚ ਹੀ ਚੱਲਦਾ ਹੈ, ਇਹ ਕੋਈ ਕਾਂਗਰਸ ਦਾ ਨਹੀਂ ਹੈ। ਹਰ ਇੱਕ ਪਾਰਟੀ 'ਚ ਕੋਈ ਨਾ ਕੋਈ ਛੋਟੀ ਮੋਟੀ ਦਿੱਕਤ ਰਹਿੰਦੀ ਹੈ, ਪਰ ਇਹ ਨਹੀਂ ਕਿ ਦਿਲਾਂ 'ਚ ਫਰਕ ਆ ਜਾਂਦਾ। ਉਹ ਕੰਮਾਂ ਲਈ, ਡਿਵੈਲਪਮੈਂਟ ਦੇ ਕੰਮਾਂ ਲਈ ਜ਼ਰੂਰ ਆਵਾਜ਼ ਚੱਕਣੀ ਚਾਹੀਦੀ ਹੈ, ਚਾਹੇ ਉਹ ਆਪਣੀ ਪਾਰਟੀ 'ਚ ਚੱਕਣੀ ਹੈ, ਚਾਹੇ ਆਪੋਜੀਸ਼ਨ ਚੱਕਣੀ ਹੈ। ਇਹਦਾ ਕੋਈ ਇੰਨਾ ਉਹ ਨਹੀਂ ਹੈ, ਬਟ ਇਹ ਛੋਟੀ ਮੋਟੀ ਨੋਕ ਝੋਕ ਪਾਰਟੀ 'ਚ, ਹਰ ਪਾਰਟੀ 'ਚ ਚੱਲਦੀ ਰਹਿੰਦੀ ਹੈ। ਤੁਹਾਡੇ ਸਾਥੀ ਕਾਉਂਸਲਰ ਜਿਹੜੇ ਨਾਰਥ ਦੇ ਨੇ ਜਾਂ ਈਸਟ ਦੇ ਨੇ, ਉਹ ਹਮੇਸ਼ਾ ਹੀ ਇਲਜ਼ਾਮ ਲਗਾਉਂਦੇ ਨੇ ਕਿ ਜਿਹੜਾ ਵੀ ਅਸੀਂ ਕੋਈ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਹ ਰੋਕ ਦਿੱਤਾ ਜਾਂਦਾ ਹੈ, ਔਰ ਸਪੈਸ਼ਲੀ ਈਸਟ ਦੀ ਵੈਸਟ ਦੀ ਟੀਮ ਤੋਂ ਰੋਕਿਆ ਜਾਂਦਾ ਹੈ। ਇਹ ਰੂਮਰ ਹੈ ਕਿ ਵੈਸੇ ਹੀ ਕਾਂਗਰਸ ਵਰਸਸ ਕਾਂਗਰਸ ਗੁੱਟਬਾਜੀ ਨੂੰ ਹਵਾ ਦਿੱਤੀ ਜਾਂਦੀ ਹੈ। ਨਹੀਂ, ਐਸੀ ਕੋਈ ਗੱਲ ਨਹੀਂ ਹੈ। ਕਿਸੇ ਨੇ ਕਿਸੇ ਦਾ ਕੰਮ ਕਿਉਂ ਰੋਕਣਾ ਹੈ? ਸਾਨੂੰ ਲੋਕਾਂ ਨੂੰ, ਵੈਸਟ ਵਾਲਿਆਂ ਨੂੰ ਕੀ ਇੰਟਰਸਟ ਹੈ ਕਿਸੇ ਦਾ ਕੰਮ ਰੋਕਣ ਦੀ? ਅਸੀਂ ਤਾਂ ਸਗੋਂ ਆਪ ਬਾਈ ਚਾਂਸ ਕੋਈ ਆ ਜਾਂਦਾ ਹੈ
ਨਵਾਂ ਕਾਉਂਸਲਰ ਕੋਈ ਮਦਦ ਮੰਗਣ ਕਿ ਇਹ ਫਾਈਲ ਕਿੱਦਾਂ ਕਰਨੀ ਹੈ ਜਾਂ ਕਿਸੇ ਐਕਸਏ ਨਾਲ ਐਸਡੀਓ ਨਾਲ ਕਿੱਦਾਂ ਆਪਾਂ ਜਾ ਕੇ ਗੱਲ ਕਰਨੀ ਹੈ, ਇਹਨੂੰ ਕਿੱਦਾਂ ਪਰਸੂ ਕਰਨਾ, ਤੇ ਅਸੀਂ ਉਹ ਗਾਈਡ ਵੀ ਕਰਦੇ ਹਾਂ। ਕੋਈ ਇਹੋ ਜਿਹੀ ਮਤਲਬ ਬਿਲਕੁਲ ਹੀ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਹੈ ਕਿ ਕਿਸੇ ਦਾ ਕੰਮ ਰੋਕਿਆ ਜਾਵੇ। ਬਾਕੀ ਜੋ ਰੂਲਸ ਹੈ ਜਾਂ ਜੋ ਰੈਗੂਲੇਸ਼ਨਸ ਹੈ ਜਿੱਦਾਂ ਹੋਣਾ ਹੈ ਉਹ ਤਾਂ ਫੋਲੋ ਕਰਨੀ ਪੈਣੀ ਹੈ, ਉਹਦੇ ਲਈ ਕੋਈ ਸਪੈਸ਼ਲ ਨਹੀਂ ਹੈ। ਸਾਨੂੰ ਵੀ ਨੀਚੇੋਂ ਲੈ ਕੇ ਉੱਪਰ ਤੱਕ ਕਮਿਸ਼ਨਰ ਸਾਹਿਬ ਕੋਲ ਆਪ ਜਾ ਕੇ ਸਾਈਨ ਕਰਾਉਣੀ ਪੈਂਦੀ ਹੈ, ਹਰ ਫਾਈਲ ਦਾ ਨਕਸ਼ਾ ਲਗਾਉਣਾ ਪੈਂਦਾ, CD ਲਗਾਉਣੀ ਪੈਂਦੀ ਹੈ, ਸਾਰਾ ਦੱਸਣਾ ਪੈਂਦਾ ਕਿੱਦਾਂ ਕੰਮ ਹੋਣਾ ਹੈ, ਕਿੱਦਾਂ ਕਰਨਾ ਹੈ। ਤੇ ਇਹ ਤਾਂ ਸਭ ਲਈ ਬਰਾਬਰ ਹੈ, ਇਹਦੇ 'ਚ ਕੋਈ ਉਹ ਨਹੀਂ ਕਿਸੇ ਦਾ ਰੋਕਿਆ ਜਾਵੇ ਜਾਂ ਕਿਸੇ ਨੂੰ ਕੋਈ ਸਪੈਸ਼ਲ ਪ੍ਰਾਇੋਰਟੀ ਮਿਲੇ। ਟੀਮ ਆਸ਼ੂ ਕਿਸ ਤਰੀਕੇ ਦੇ ਨਾਲ ਸਾਰੀ ਟੀਮਾਂ ਨਾਲੋਂ ਵੱਖਰੀ ਹੈ? ਹੋਮ ਡਿਲੀਵਰੀ ਸ਼ਬਦ ਜਿਹੜਾ ਉਹ ਤੁਹਾਡੇ ਰਾਜਨੇਤਾ ਨੇ ਸ਼ੁਰੂ ਕੀਤਾ ਸੀਗਾ ਔਰ ਤੁਸੀਂ ਵੀ ਅੱਜ ਤੱਕ ਨਿਭਾਉਂਦੇ ਆ ਰਹੇ ਹੋ। ਹੋਮ ਡਿਲੀਵਰੀ TS1 ਦੀ ਹੋ ਜੇ, NOC ਦੀ ਹੋ ਜੇ, ਜਨਮ ਮ੍ਰਿਤੂ ਪ੍ਰਮਾਣ ਪੱਤਰ ਹੋ ਜੇ, ਇਸ ਤਰ੍ਹਾਂ ਹੀ ਛੋਟੀ ਚੀਜ਼ਾਂ ਕਰਕੇ ਤੁਸੀਂ ਇੱਕ ਐਗਜ਼ਾਮਪਲ ਸੈੱਟ ਕਰਦੇ ਹੋ। ਤੁਸੀਂ ਬਾਕੀਆਂ ਨੂੰ ਕਿਉਂ ਨਹੀਂ ਕਹਿੰਦੇ ਕਿ ਉਹ ਵੀ ਇਸ ਤਰ੍ਹਾਂ ਦੀ ਪ੍ਰਕਿਰਿਆ ਸ਼ੁਰੂ ਕਰਨ ਆਪਣੇ ਵਾਰਡਾਂ ਦੇ ਵਿੱਚ? ਸਰ ਅਸੀਂ ਤਾਂ ਜਿਹੜੀ ਆਸ਼ੂ ਜੀ ਨੇ ਐਗਜ਼ਾਮਪਲ ਸੈੱਟ ਕੀਤੀ ਉਹ ਸਭ ਨੂੰ ਹੀ ਪਤਾ ਹੈ, ਉਹਨਾਂ ਨੂੰ ਹੋਮ ਡਿਲੀਵਰੀ ਹੀ ਕਿਹਾ ਜਾਂਦਾ ਹੈ। ਉਹਨਾਂ ਦੇ ਕਾਰਨ ਹੀ ਸਾਰੇ ਸਾਨੂੰ ਵੀ ਸਾਡੇ ਲੋਕਾਂ ਤੋਂ ਵੀ ਇਹ ਐਕਸਪੈਕਟ ਕਰਦੇ ਕਿ ਜਿੱਦਾਂ ਆਸ਼ੂ ਜੀ ਨੇ ਕੰਮ ਕੀਤਾ ਹੈ, ਸਪੈਸ਼ਲੀ ਮੇਰੇ ਵਾਰਡ 'ਚ, ਕਿਉਂਕਿ ਇੱਥੇ ਆਸ਼ੂ ਜੀ ਦੇ ਹਰ ਇੱਕ ਨਾਲ ਪਰਸਨਲ ਰਿਲੇਸ਼ਨ ਹੈ। ਬਾਈ ਚਾਂਸ ਮੈਂ ਕਿਸੇ ਦਾ ਫੋਨ ਮਿਸ ਕਰ ਦਿੰਦਾ ਤੇ ਉਹ ਸਿੱਧਾ ਆਸ਼ੂ ਜੀ ਨੂੰ ਫੋਨ ਕਰ ਲੈਂਦੇ ਆ ਅੱਜ ਵੀ, ਕਿਉਂਕਿ ਬਜ਼ੁਰਗਾਂ ਦਾ ਇੰਨਾ ਜ਼ਿਆਦਾ ਪਿਆਰ ਹੈ ਮੇਰੇ ਵਾਰਡ ਦੇ ਸਾਰੇ ਜਿੰਨੇ, ਕਿਉਂਕਿ ਆਸ਼ੂ ਵੀ ਆਪ ਇੱਥੋਂ ਕਾਉਂਸਲਰ ਰਹੇ, ਇੰਨੀ ਡਿਊਟੀ ਦਿੱਤੀ ਹੈ, ਇੰਨੀ ਉਹਨਾਂ ਨੇ ਇੱਥੇ ਡਿਵੈਲਪਮੈਂਟ ਕਰਾਈ ਹੈ। ਉਹਨਾਂ ਜਿੱਦਾਂ ਉਹਨਾਂ ਤੋਂ ਐਕਸਪੈਕਟ ਕਰਦੇ ਉੱਦਾਂ ਹੀ ਸਾਡੇ ਤੋਂ ਐਕਸਪੈਕਟ ਕਰਦੇ ਕਿ ਸਾਨੂੰ ਸਭ ਕੁਝ ਘਰ ਹੀ ਬੈਠੇ ਮਿਲੇ। ਤੇ ਅਸੀਂ ਕੋਸ਼ਿਸ਼ ਵੀ ਕਰਦੇ ਹਾਂ ਕਿ ਜਿੱਦਾਂ ਆਸ਼ੂ ਜੀ ਨੇ ਜੋ ਟ੍ਰੈਂਡ ਚਲਾਇਆ ਉਦੋਂ ਹੀ ਅਸੀਂ ਫੋਲੋ ਕਰੀਏ। ਬਾਕੀ ਏਰੀਆਸ 'ਚ ਵੀ ਇੱਦਾਂ ਹੁੰਦਾ ਹੋਣਾ ਹੈ, ਕੋਈ ਇੱਦਾਂ ਦੀ ਮਤਲਬ ਇੰਨੀ ਕੋਈ ਮੈਨੂੰ ਨਹੀਂ ਲੱਗਿਆ ਕਿ ਇੰਨਾ ਜ਼ਿਆਦਾ ਕੋਈ ਲੋਕਾਂ ਨੂੰ ਸ਼ਿਕਾਇਤ ਵਗੈਰਾ ਹੋਏਗੀ। ਬਾਕੀ ਜੋ ਲੁਧਿਆਣੇ ਦਾ ਸਟਰਕਚਰ ਹੈ ਇੰਨਾ ਪੁਰਾਣਾ ਹੁਣ ਸ਼ਹਿਰ ਹੈ, ਹਰ ਚੀਜ਼ ਸੀਵਰੇਜ ਸਿਸਟਮ ਵੀ ਇੰਨਾ ਪੁਰਾਣਾ ਪਿਆ, ਉਹ ਹੌਲੀ ਹੌਲੀ ਤੁਸੀਂ ਦੇਖ ਹੀ ਰਹੇ ਹੋ ਕਿ ਹਰ ਤਰਫ ਡਿਵੈਲਪਮੈਂਟ ਦਾ ਕੋਈ ਨਾ ਕੋਈ ਕੰਮ ਚੱਲ ਹੀ ਰਿਹਾ ਹੈ। ਕੋਈ ਇਹੋ ਜਿਹਾ ਏਰੀਆ ਹੀ ਨਹੀਂ ਹੋਣਾ ਲੁਧਿਆਣੇ ਦਾ ਕਿ ਜਿੱਥੇ ਡਿਵੈਲਪਮੈਂਟ ਰੁਕੀ ਹੋਈ ਹੈ। ਕੁਛ ਨਾ ਕੁਛ ਹਰ ਜਗ੍ਹਾ ਚੱਲ ਹੀ ਰਿਹਾ ਹੈ। ਹਰ ਚੀਜ਼ ਲਈ ਫੰਡਸ ਚਾਹੀਦੇ ਆ, ਜਿੱਦਾਂ ਇਹਦਾ ਫੰਡਸ ਰਿਲੀਜ਼ ਹੁੰਦੇ ਰਹਿੰਦੇ ਆ ਉੱਦਾਂ ਡਿਵੈਲਪਮੈਂਟ ਦਾ ਕੰਮ ਚੱਲਦਾ ਰਹਿੰਦਾ। ਤੇ ਹੁਣ ਜਿਹੜੇ MLAs ਕੋਟਾ ਹੈ ਉਹ ਸਾਰੇ MLA ਦਾ ਸੇਮ ਹੈ, ਅਗਰ ਕੋਈ ਕਾਉਂਸਲਰ ਕੋਟਾ ਹੈ ਉਹ ਸਾਰੇ ਕਾਉਂਸਲਰ ਦਾ ਸੇਮ ਹੈ। ਇਹ ਤਾਂ ਹੁਣ ਕਾਉਂਸਲਰ ਦਾ ਔਰ MLAs ਨੂੰ ਚਾਹੀਦਾ ਕਿ ਕੀ ਪ੍ਰਾਇੋਰਟੀ ਹੈ ਔਰ ਕੀ ਲੋਕਾਂ ਦੀ ਸਭ ਤੋਂ ਜ਼ਿਆਦਾ ਡਿਮਾਂਡ ਹੈ ਉਹਨੂੰ ਪਹਿਲਾਂ ਪੂਰਾ ਕੀਤਾ ਜਾਵੇ। ਇੱਕ ਆਖਰੀ ਸਵਾਲ, ਸੰਨੀ ਭੱਲਾ ਅੱਗੇ ਕਿਤੇ ਫਿਊਚਰ ਦੇ ਵਿੱਚ MLA ਦਾ ਦਾਅਵੇਦਾਰ ਬਣਦਾ ਹੈ ਲੁਧਿਆਣਾ ਵੈਸਟ ਦੀ ਟੀਮ ਦੇ ਵੱਲੋਂ? ਨਹੀਂ ਸਰ, ਲੁਧਿਆਣਾ ਵੈਸਟ ਤਾਂ ਇੱਕ ਤੁਸੀਂ ਕਹਿੰਦੇ ਹੋ ਜਿੱਦਾਂ ਪੇਟੈਂਟ ਹੈ ਨਾ, ਉਹ ਆਸ਼ੂ ਜੀ ਦੀ ਪੇਟੈਂਟ ਹੈ, ਉਹ ਰਜਿਸਟਰਡ ਹੈ ਫੋਰ ਐਵਰ। ਆਸ਼ੂ ਜੀ ਹੀ ਪਰਮਾਨੈਂਟ ਇੱਥੋਂ ਰਹਿਣਗੇ। ਮਤਲਬ ਤੁਹਾਡੀ ਜੇ ਆਸ਼ੂ ਜੀ MP ਬਣ ਜਾਣਗੇ ਫਿਰ ਵੀ ਨਹੀਂ? ਨਹੀਂ, ਉਹ ਆਸ਼ੂ ਜੀ ਦਾ ਆਪਣਾ ਉਹ ਹੈ ਕਿ ਡਿਸਾਈਡ ਕੀ ਕਰਦੇ ਹੈ, ਪਰ ਇੱਦਾਂ ਦੀ ਕੋਈ ਗੱਲ ਨਹੀਂ ਹੈ ਜਿੱਦਾਂ ਤੁਸੀਂ ਮੈਨੂੰ ਦੂਜੀ ਤੀਜੀ ਵਾਰ ਪੁੱਛ ਰਹੇ ਹੋ। ਇਹ ਆਸ਼ੂ ਜੀ ਹੀ ਇੱਥੋਂ ਹਮੇਸ਼ਾ ਲੀਡ ਕਰਨਗੇ ਤੇ ਉਹੀ ਅੱਗੇ ਚੱਲੇਗਾ। ਸੋ ਇਹ ਸਨ ਗਗਨਦੀਪ ਭੱਲਾ ਜੀ, ਜਿਨ੍ਹਾਂ ਨੂੰ ਤੁਸੀਂ ਬੜੇ ਪਿਆਰ ਦੇ ਨਾਲ ਸੰਨੀ ਭੱਲਾ ਜੀ ਕਹਿੰਦੇ ਹੋ। ਉਹ ਨਿਕਨੇਮ ਜੋ ਇਸ ਵਾਰਡ ਦੇ ਹਰ ਬੱਚੇ ਦੇ ਮੂੰਹ 'ਤੇ ਹੈ ਔਰ ਸ਼ਾਇਦ ਹੀ ਕੋਈ ਐਸਾ ਘਰ ਹੋਏਗਾ ਜਿੱਥੇ ਇਹ ਨਾ ਪਹੁੰਚੇ ਹੋਣਗੇ। ਲੁਧਿਆਣੇ ਸ਼ਹਿਰ ਦੀ ਆਨ ਬਾਨ ਸ਼ਾਨ ਕਹੇ ਜਾਣ ਵਾਲੇ ਲੁਧਿਆਣਾ ਵੈਸਟ ਔਰ ਉਹਨਾਂ ਦਾ ਇੱਕ ਕਾਉਂਸਲਰ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਹੈ, ਉਹਨਾਂ ਦੀ ਗੱਲਬਾਤ ਕਿਸ ਤਰ੍ਹਾਂ ਲੱਗੀ ਔਰ ਉਹਨਾਂ ਲਈ ਕੀ ਸੁਝਾਅ ਨੇ, ਸਾਨੂੰ ਜ਼ਰੂਰ ਦੱਸਿਓ। ਇਸ ਤਰ੍ਹਾਂ ਦੀ ਹੋਰ ਹਸਤੀਆਂ ਦੇ ਨਾਲ ਤੁਹਾਨੂੰ ਮਿਲਾਉਂਦੇ ਰਹਾਂਗੇ। ਤਦ ਤੱਕ ਲਈ ਡੇਲੀ ਲਾਈਵ ਭਾਰਤ ਦੀ ਟੀਮ ਵੱਲੋਂ ਤੁਹਾਨੂੰ ਬਹੁਤ ਸ਼ੁਭਕਾਮਨਾਵਾਂ ਸਰ। ਥੈਂਕ ਯੂ ਜੀ, ਥੈਂਕ ਯੂ, ਆਲ ਦਾ ਬੈਸਟ ਟੂ ਡੇਲੀ ਲਾਈਫ। ਜੋ ਮੈਂ ਹਾਲੇ ਤੱਕ ਤੁਹਾਡੀ ਇੰਟਰਵਿਊਜ਼ ਵਗੈਰਾ ਜਾਂ ਤੁਹਾਨੂੰ ਫੋਲੋ ਕੀਤਾ ਹੈ, ਮੈਨੂੰ ਬੜੀ ਖੁਸ਼ੀ ਹੈ ਕਿ ਤੁਹਾਡੀ ਟੀਮ ਇੰਨਾ ਅੱਛਾ ਕੰਮ ਕਰ ਰਹੀ ਹੈ। ਤਾਂ ਮੈਂ ਇਹ ਕਹੂੰਗਾ ਅੱਗੇ ਵੀ ਤੁਸੀਂ ਇੱਦਾਂ ਹੀ ਲੁਧਿਆਣੇ ਦੇ ਲੋਕਾਂ ਨੂੰ ਵੀ ਅਵੇਅਰ ਰੱਖੋ ਔਰ ਲੁਧਿਆਣੇ ਦੇ ਪੋਲੀਟੀਸ਼ੀਅਨਸ ਨੂੰ ਵੀ ਅਵੇਅਰ ਰੱਖੋ। ਥੈਂਕ ਯੂ ਵੈਰੀ ਮਚ। ਕੈਮਰਾਮੈਨ ਅੰਮ੍ਰਿਤਪਾਲ ਜੀ ਦੇ ਨਾਲ ਪ੍ਰਭਾਸ ਸ਼ੁਕਲਾ ਦੀ ਇਹ ਖਾਸ ਪੇਸ਼ਕਸ਼ ਤੁਹਾਨੂੰ ਕਿਸ ਤਰ੍ਹਾਂ ਲੱਗੀ ਹੈ, ਸਾਨੂੰ ਜ਼ਰੂਰ ਦੱਸਿਓ ਆਪਣੇ ਕਮੈਂਟ ਕਰਕੇ ਔਰ ਸਾਡੇ ਨਾਲ ਹਮੇਸ਼ਾ ਟਿਊਨ ਰਹੋ। ਧੰਨਵਾਦ।